ਇਨਸਾਨ ਕੋਲ ਦੋ ਰਾਹ ਹੁੰਦੇ ਨੇ, ਜਾਂ ਤਾਂ ਆਪਣੇ ਆਪ ਨੂੰ ਬੇਚਾਰਾ ਜਿਹਾ ਬਣਾ ਕੇ ਚੁੱਪਚਾਪ ਸਭ ਕੁਝ ਸਹਿ ਲੈਣਾ, ਜਾਂ ਫਿਰ ਆਪਣੀ ਅਸਲ ਔਕਾਤ ਨੂੰ ਪਛਾਣ ਕੇ ਆਪਣੇ ਅੰਦਰ ਵੱਧ ਤੋਂ ਵੱਧ ਗੁਣ ਪੈਦਾ ਕਰਨਾ, ਆਪਣੇ ਆਪ ਨੂੰ ਵਰਥਫੁਲ ਬਣਾਉਣਾ, ਆਪਣੀ ਪਰਸਨੈਲਿਟੀ ਨੂੰ ਪਹਿਲਾਂ ਨਾਲੋਂ ਇੰਪਰੂਵ ਕਰਨਾ। ਕਿਉਂਕਿ ਦੋਸਤੋ, ਦਿਮਾਗ ਇੱਕ ਅਜਿਹੀ ਚੀਜ਼ ਹੈ ਕਿ ਜਿਸ ਨੂੰ ਸਹੀ ਤਰੀਕੇ ਨਾਲ ਵਰਤ ਲਿਆ ਜਾਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ। ਦੋਸਤੋ, ਕੀ ਤੁਹਾਡਾ ਕੱਦ ਛੋਟਾ ਹੈ? ਕੀ ਲੋਕ ਤੁਹਾਡਾ ਇਸ ਗੱਲੋਂ ਮਜ਼ਾਕ ਉਡਾਉਂਦੇ ਨੇ? ਛੋਟਾ ਕੱਦ ਕੀ ਇਹੀ ਇੱਕ ਕਾਰਨ ਹੈ ਜਿਹਦੇ ਕਰਕੇ ਤੁਸੀਂ ਕੌਨਫੀਡੈਂਟ ਨਹੀਂ ਹੋ? ਕੀ ਦੁਨੀਆ ਤੁਹਾਨੂੰ ਇਸ ਗੱਲੋਂ ਡਿਸਕ੍ਰਿਮੀਨੇਟ ਕਰਦੀ ਹੈ, ਜਾਂ ਫਿਰ ਛੋਟੇ ਕੱਦ ਦੇ ਕਾਰਨ ਤੁਸੀਂ ਦੁਨੀਆ ਸਾਹਮਣੇ ਇਨਫੀਰੀਅਰ ਫੀਲ ਕਰਦੇ ਹੋ? ਹੁਣ ਕਿਤੇ ਇਹ ਨਾ ਸਮਝ ਲੈਣਾ ਕਿ ਅਸੀਂ ਤੁਹਾਨੂੰ ਹਾਈਟ ਵਧਾਉਣ ਦਾ ਕੋਈ ਨੁਸਖਾ ਦੱਸਣ ਲੱਗੇ ਹਾਂ। ਇਸ ਵੀਡੀਓ ਵਿੱਚ ਅਸੀਂ ਉਸ ਇਨਸਾਨ ਬਾਰੇ ਗੱਲ ਕਰਾਂਗੇ ਜਿਸ ਦੀ ਕੰਡੀਸ਼ਨ ਬਿਲਕੁਲ ਤੁਹਾਡੇ ਵਰਗੀ ਸੀ। ਉਸ ਇਨਸਾਨ ਨੂੰ ਵੀ ਉਸ ਦੇ ਛੋਟੇ ਕੱਦ ਦੇ ਕਾਰਨ ਬਾਰ-ਬਾਰ ਚੜਾਇਆ ਜਾਂਦਾ ਸੀ ਤੇ ਹਿਊਮਿਲੀਏਟ ਕੀਤਾ ਜਾਂਦਾ ਸੀ, ਤੇ ਉਸ ਹਿਊਮਿਲੀਏਸ਼ਨ ਨੇ ਉਸ ਇਨਸਾਨ ਨੂੰ ਇੱਕ ਐਸੀ ਤਨਹਾਈ ਵਿੱਚ ਧੱਕ ਦਿੱਤਾ ਜਿਸ ਵਿੱਚੋਂ ਗੁਜ਼ਰ ਕੇ ਉਹ ਦੁਨੀਆ ਦਾ ਇੱਕ ਬਹੁਤ ਮਹਾਨ ਫੌਜੀ ਜਰਨੈਲ ਬਣ ਗਿਆ ਤੇ ਲੜਾਈਆਂ ਤੋਂ ਤੰਗ ਹੋਏ ਲੋਕਾਂ ਨੂੰ ਅਮਨ ਸ਼ਾਂਤੀ ਦਾ ਰਾਜ ਦੇਣ ਵਾਲਾ ਬਾਦਸ਼ਾਹ ਵੀ ਬਣਿਆ। ਇੱਕ ਐਸੀ ਸ਼ਖਸੀਅਤ ਜਿਸ ਨੇ ਆਪਣੇ ਦੇਸ਼ ਨੂੰ ਹਰ ਤਰ੍ਹਾਂ ਦੇ ਇਕਨੋਮਿਕਲ ਤੇ ਪੋਲੀਟੀਕਲ ਦਬਾਅ ਵਿੱਚੋਂ ਬਾਹਰ ਕੱਢ ਕੇ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ। ਤੇ ਮੈਂ ਬੇਨਤੀ ਕਰਦਾ ਕਿ ਚਾਹੇ ਤੁਹਾਡਾ ਕੱਦ ਛੋਟਾ ਹੈ ਜਾਂ ਫਿਰ ਬੜਾ ਹੈ, ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਹਰ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਤਾਂ ਜ਼ਰੂਰ ਹੁੰਦੀ ਹੈ ਜਿਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੁੰਦਾ ਹੈ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਉਸ ਇਨਸਾਨ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਆਪਣੀਆਂ ਕਮਜ਼ੋਰੀਆਂ ਦਾ ਸਾਹਮਣਾ ਕਰਕੇ ਆਪਣਾ ਨਾਂ ਦੁਨੀਆ ਦੇ ਮਹਾਨ ਆਗੂਆਂ ਦੀ ਲਿਸਟ ਵਿੱਚ ਲਿਖਾ ਲਿਆ, ਨੈਪੋਲੀਅਨ ਬੋਨਾਪਾਰਟ। ਦੋਸਤੋ, ਇਸ ਵੀਡੀਓ ਦੇ ਵਿੱਚ ਅਸੀਂ ਨੈਪੋਲੀਅਨ ਬੋਨਾਪਾਰਟ ਦੀਆਂ 4 ਖੂਬੀਆਂ, 4 ਕੁਆਲਿਟੀਆਂ ਬਾਰੇ ਗੱਲ ਕਰਾਂਗੇ। ਉਹ 4 ਖੂਬੀਆਂ ਜਿਨ੍ਹਾਂ ਨੇ ਨੈਪੋਲੀਅਨ ਬੋਨਾਪਾਰਟ ਨੂੰ ਇੱਕ ਸਫਲ ਸ਼ਖਸੀਅਤ ਬਣਾਉਣ ਵਿੱਚ ਮਦਦ ਕੀਤੀ। ਨੈਪੋਲੀਅਨ ਬੋਨਾਪਾਰਟ ਦਾ ਜਨਮ 15 ਅਗਸਤ 1769 ਵਿੱਚ ਅਜੈਕਸੀਓ, ਫਰਾਂਸ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਕਾਰਲੋ ਬੋਨਾਪਾਰਟ ਸੀ, ਜਿਹੜੇ ਪੇਸ਼ੇ ਤੋਂ ਇੱਕ ਵਕੀਲ ਸੀ। ਨੈਪੋਲੀਅਨ ਬਚਪਨ ਦੇ ਵਿੱਚ ਸਰੀਰਕ ਤੌਰ ਤੇ ਕੋਈ ਬਹੁਤੇ ਉੱਚੇ ਲੰਬੇ ਹੱਟੇ ਕੱਟੇ ਨਹੀਂ ਸੀ। ਉਹਨਾਂ ਦਾ ਕੱਦ ਛੋਟਾ ਸੀ, ਜਿਹਦੇ ਕਰਕੇ ਉਹਨਾਂ ਦੇ ਨਾਲ ਦੇ ਮੁੰਡੇ ਉਹਨਾਂ ਦਾ ਬਹੁਤ ਮਜ਼ਾਕ ਉਡਾਇਆ ਕਰਦੇ ਸੀ ਤੇ ਕਈ ਵਾਰ ਉਹਨਾਂ ਨੂੰ ਬੁਲੀ ਵੀ ਕੀਤਾ ਜਾਂਦਾ ਸੀ, ਜਿਸ ਦੇ ਕਰਕੇ ਉਹ ਬਹੁਤ ਫਰਸਟ੍ਰੇਟਡ ਰਹਿੰਦੇ ਸੀ। ਉਹਨਾਂ ਨੂੰ ਲੋਕੀ ਆਮ ਹੀ ਇਹ ਕਹਿ ਦਿੰਦੇ ਸੀ ਕਿ ਤੇਰਾ ਤਾਂ ਕੱਦ ਹਾਲੇ ਛੋਟੇ ਬੱਚਿਆਂ ਵਾਲਾ ਹੈ, ਤੂੰ ਕੀ ਕਰੇਗਾ, ਪਹਿਲਾਂ ਵੱਡਾ ਤਾਂ ਹੋ ਜਾ। ਤੇ ਅਜਿਹੀਆਂ ਗੱਲਾਂ ਬਾਰ-ਬਾਰ ਸੁਣਨ ਤੋਂ ਬਾਅਦ ਕੌਨਫੀਡੈਂਸ ਦਾ ਘਟਣਾ ਤਾਂ ਸੁਭਾਵਿਕ ਹੈ। ਹੁਣ ਦੋਸਤੋ, ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਇਨਸਾਨ ਕੋਲ ਦੋ ਰਾਹ ਹੁੰਦੇ ਨੇ, ਜਾਂ ਤਾਂ ਆਪਣੇ ਆਪ ਨੂੰ ਬੇਚਾਰਾ ਜਿਹਾ ਬਣਾ ਕੇ ਚੁੱਪਚਾਪ ਸਭ ਕੁਝ ਸਹਿ ਲੈਣਾ, ਜਾਂ ਫਿਰ ਆਪਣੀ ਅਸਲ ਔਕਾਤ ਨੂੰ ਪਛਾਣ ਕੇ ਆਪਣੇ ਅੰਦਰ ਵੱਧ ਤੋਂ ਵੱਧ ਗੁਣ ਪੈਦਾ ਕਰਨਾ, ਆਪਣੇ ਆਪ ਨੂੰ ਵਰਥਫੁਲ ਬਣਾਉਣਾ, ਆਪਣੀ ਪਰਸਨੈਲਿਟੀ ਨੂੰ ਪਹਿਲਾਂ ਨਾਲੋਂ ਇੰਪਰੂਵ ਕਰਨਾ। ਤਾਂ ਨੈਪੋਲੀਅਨ ਨੇ ਵੀ ਇਹੀ ਕੀਤਾ। ਉਹਨਾਂ ਨੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਆਈਸੋਲੇਟ ਕਰ ਲਿਆ ਤੇ ਆਪਣੇ ਆਪ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਆਪਣੀ ਸ਼ਖਸੀਅਤ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ। ਤੇ 1799 ਵਿੱਚ ਨੈਪੋਲੀਅਨ ਫਰਾਂਸ ਦੇ ਡੀ ਫੈਕਟੋ ਰੂਲਰ ਬਣੇ ਤੇ 1804 ਦੇ ਵਿੱਚ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਐਮਪਰਰ ਡਿਕਲੇਅਰ ਕਰ ਲਿਆ। ਆਪਣੇ ਰਾਜ ਦੇ ਦੌਰਾਨ ਉਹਨਾਂ ਨੇ ਫਰਾਂਸ ਦੇ ਵਿੱਚ ਕਈ ਕੰਮ ਕੀਤੇ ਅਤੇ ਕਈ ਜੰਗਾਂ ਲੜੀਆਂ ਤੇ ਬਹੁਤ ਸਕਸੈਸ ਅਚੀਵ ਕੀਤਾ। ਪਰ ਵਾਟਰਲੂ ਦੇ ਵਿੱਚ ਹੋਈ ਜੰਗ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਦੁਸ਼ਮਣਾਂ ਦੇ ਵੱਲੋਂ ਫਰਾਂਸ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਸੇਂਟ ਹੈਲੀਨਾ ਆਈਲੈਂਡ ਦੇ ਵਿੱਚ ਕੈਦ ਕਰਕੇ ਰੱਖਿਆ ਤੇ 51 ਸਾਲ ਦੀ ਉਮਰ ਦੇ ਵਿੱਚ ਨੈਪੋਲੀਅਨ ਦੀ ਮੌਤ ਹੋ ਗਈ ਤੇ ਮੌਤ ਦਾ ਕਾਰਨ ਸਟਮਕ ਕੈਂਸਰ ਸੀ। ਸੋ ਦੋਸਤੋ, ਸਭ ਤੋਂ ਪਹਿਲੀ ਖੂਬੀ ਆ ਆਲਵੇਜ਼ ਲਰਨਿੰਗ, ਹਮੇਸ਼ਾ ਸਿੱਖਦੇ ਰਹਿਣਾ। ਦੋਸਤੋ, ਅਸੀਂ ਕਿਸੇ ਵੀ ਮਹਾਨ ਸ਼ਖਸੀਅਤ ਦੀ ਗੱਲ ਕਰ ਲਈਏ ਤਾਂ ਉਹਨਾਂ ਵਿੱਚ ਇੱਕ ਚੀਜ਼ ਕਾਮਨ ਜ਼ਰੂਰ ਆਉਂਦੀ ਸੀ ਤੇ ਉਹ ਸੀਗੀ ਕਿ ਉਹ ਪੜ੍ਹਦੇ ਬਹੁਤ ਹੁੰਦੇ ਸੀ। ਦੋਸਤੋ, ਅਸੀਂ ਜਾਣਦੇ ਹੀ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਜੇ ਕੋਈ ਨੌਲੇਜ ਗੇਨ ਕਰਨਾ ਚਾਹੁੰਦਾ ਸੀ ਤਾਂ ਉਹਦੇ ਸਿਰਫ 2 ਹੀ ਤਰੀਕੇ ਹੁੰਦੇ ਸੀ, ਜਾਂ ਤਾਂ ਉਹ ਕਿਤਾਬਾਂ ਤੋਂ ਗਿਆਨ ਲਵੇ ਜਾਂ ਫਿਰ ਸਮਾਜ ਨੂੰ ਆਬਜ਼ਰਵ ਕਰਕੇ ਨੌਲੇਜ ਗੇਨ ਕਰੇ, ਕਿਉਂਕਿ ਸਭ ਤੋਂ ਵੱਧ ਨੌਲੇਜ ਤਾਂ ਸਾਨੂੰ ਸਾਡੀ ਆਬਜ਼ਰਵੇਸ਼ਨ ਤੇ ਅੰਡਰਸਟੈਂਡਿੰਗ ਨਾਲ ਹੀ ਮਿਲਦੀ ਹੈ। ਪਰ ਜੇ ਅੱਜ ਅਸੀਂ ਨੌਲੇਜ ਦੀ ਗੱਲ ਕਰੀਏ ਤਾਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਾਂ ਨੇ ਤੇ ਸਭ ਤੋਂ ਵੱਡੀ ਆਪਸ਼ਨ ਆ ਇੰਟਰਨੈਟ। ਇੰਟਰਨੈਟ ਤੇ ਕੀ ਨਹੀਂ ਮਿਲਦਾ। ਦੋਸਤੋ, ਨੈਪੋਲੀਅਨ ਦੀ ਜ਼ਿੰਦਗੀ ਵਿੱਚ ਵੀ ਇੱਕ ਐਸਾ ਪੁਆਇੰਟ ਆ ਗਿਆ ਸੀ ਕਿ ਉਹਨਾਂ ਨੇ ਹਰ ਚੀਜ਼ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਉਹਨਾਂ ਨੇ ਇਕਾਂਤ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਆਪਣੇ ਆਪ ਨੂੰ ਬਿਹਤਰ ਬਣਾਉਣਾ ਸ਼ੁਰੂ ਕੀਤਾ। ਵੱਧ ਤੋਂ ਵੱਧ ਕਿਤਾਬਾਂ ਉਹ ਪੜ੍ਹਦੇ ਸੀ ਤੇ ਉਹ ਜ਼ਿਆਦਾਤਰ ਹਿਸਟਰੀ, ਸਾਇੰਸ ਤੇ ਫਿਲਾਸਫੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਸੀ। ਫੌਜ ਵਿੱਚ ਇੱਕ ਉੱਚੇ ਅਹੁਦੇ ਤੇ ਪਹੁੰਚਣ ਤੋਂ ਬਾਅਦ ਜੰਗ ਵਿੱਚ ਜਾਣ ਤੋਂ ਪਹਿਲਾਂ ਉਹ ਆਪਣੇ ਦੁਸ਼ਮਣਾਂ ਨੂੰ ਬਹੁਤ ਹੀ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਸੀ। ਜਿਸ ਕਮਿਊਨਿਟੀ ਨਾਲ ਉਹਨਾਂ ਦਾ ਵਾਹ ਪੈਂਦਾ ਸੀ, ਨੈਪੋਲੀਅਨ ਕੋਸ਼ਿਸ਼ ਕਰਦੇ ਸੀ ਕਿ ਜੰਗ ਵਿੱਚ ਜਾਣ ਤੋਂ ਪਹਿਲਾਂ ਇਹ ਜਾਣ ਲਿਆ ਜਾਵੇ ਕਿ ਉਹਨਾਂ ਦਾ ਇਤਿਹਾਸ ਕੀ ਹੈ ਤੇ ਜਿਓਗ੍ਰਾਫਿਕਲੀ ਉਹਨਾਂ ਕੋਲ ਕਿਹੜੇ ਰਿਸੋਰਸਸ ਨੇ ਜਿਹੜੇ ਕਿ ਉਹਨਾਂ ਦੇ ਚੰਗੇ ਆਰਥਿਕ ਹਾਲਾਤਾਂ ਵਾਸਤੇ ਬਹੁਤ ਜ਼ਰੂਰੀ ਨੇ, ਤੇ ਉਹਨਾਂ ਦੇ ਸੱਭਿਆਚਾਰ ਅਤੇ ਸੁਭਾਅ ਨੂੰ ਨੈਪੋਲੀਅਨ ਸਮਝਣ ਦੀ ਕੋਸ਼ਿਸ਼ ਕਰਦੇ ਸੀ। ਦੋਸਤੋ, ਇਹ ਖੂਬੀ ਨੈਪੋਲੀਅਨ ਦੀ ਸਭ ਤੋਂ ਜ਼ਿਆਦਾ ਵੱਖਰੀ ਖੂਬੀ ਸੀ, ਜਿਹਦੇ ਕਰਕੇ ਉਹ ਗਲਤੀਆਂ ਜੋ ਪੁਰਾਣੇ ਜਰਨੈਲਾਂ ਨੇ ਕੀਤੀਆਂ ਸੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਹ ਗਲਤੀਆਂ ਨੈਪੋਲੀਅਨ ਨੇ ਨਹੀਂ ਕੀਤੀਆਂ। ਤੇ ਨੈਪੋਲੀਅਨ ਦੀ ਹਮੇਸ਼ਾ ਸਿੱਖਦੇ ਰਹਿਣ ਦੀ ਆਦਤ ਨੇ ਉਹਨਾਂ ਨੂੰ ਇੱਕ ਉਮਦਾ ਕਿਸਮ ਦਾ ਜਰਨੈਲ ਬਣਾਇਆ ਤੇ ਆਪਣੀ ਫੌਜ ਦੀ ਨੌਕਰੀ ਵਿੱਚ
ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਵਿੱਚ ਮਦਦ ਕੀਤੀ। ਦੋਸਤੋ ਫ੍ਰੈਂਚ ਰੈਵੋਲੂਸ਼ਨ ਦੇ ਬਾਅਦ ਆਰਮੀ ਦੀਆਂ ਕਈ ਪੋਸਟਾਂ ਖਾਲੀ ਹੋ ਗਈਆਂ ਸੀ, ਜਿਹਦੇ ਕਰਕੇ ਨੌਜਵਾਨ ਫੌਜੀਆਂ ਨੂੰ ਤਰੱਕੀ ਕਰਨ ਦੇ ਹੋਰ ਜ਼ਿਆਦਾ ਮੌਕੇ ਮਿਲਣ ਲੱਗ ਗਏ ਤੇ ਉਹਨਾਂ ਨੌਜਵਾਨਾਂ ਵਿੱਚ ਨੈਪੋਲੀਅਨ ਵੀ ਸੀਗੇ। ਤੇ ਨੈਪੋਲੀਅਨ ਦੀ ਜ਼ਿਆਦਾ ਤਰੱਕੀ ਦਾ ਕਾਰਨ ਇਹ ਵੀ ਸੀ ਕਿ ਉਹਨਾਂ ਨੂੰ ਜੰਗ ਲੜਨ ਦੀ ਬਹੁਤ ਬਰੀਕੀ ਨਾਲ ਸਮਝ ਸੀਗੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 60 ਜੰਗਾਂ ਲੜੀਆਂ, ਜਿਨ੍ਹਾਂ ਵਿੱਚੋਂ ਕੇਵਲ 7 ਜੰਗਾਂ ਉਹ ਹਾਰੇ ਸੀ ਤੇ ਉਹਨਾਂ 7 ਜੰਗਾਂ ਵਿੱਚੋਂ ਜ਼ਿਆਦਾਤਰ ਜੰਗਾਂ ਉਹ ਸੀਗੀਆਂ ਜਿਹੜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮਿਆਂ ਵਿੱਚ ਲੜੀ ਸੀ। ਦੋਸਤੋ ਨੈਪੋਲੀਅਨ ਦੀ ਦੂਸਰੀ ਖੂਬੀ ਹੈ ਐਫੀਸ਼ੀਐਂਟ ਆਰਗੇਨਾਈਜ਼ਰ। ਨੈਪੋਲੀਅਨ ਆਪਣੀ ਫੌਜ ਦੇ ਲਈ ਹਰ ਚੀਜ਼ ਦਾ ਬਹੁਤ ਅਸਰਦਾਰ ਤਰੀਕੇ ਨਾਲ ਪ੍ਰਬੰਧ ਕਰਦੇ ਸੀ। ਉਹਨਾਂ ਨੇ ਕਿਹਾ ਸੀ ਐਨ ਆਰਮੀ ਮਾਰਚਸ ਔਨ ਇਟਸ ਸਟਮਕ। ਇਸ ਤੋਂ ਮਤਲਬ ਸੀ ਕਿ ਜੇ ਅਸੀਂ ਫੌਜ ਨੂੰ ਚੰਗੇ ਇਕਵਿਪਮੈਂਟਸ, ਚੰਗੇ ਹਥਿਆਰ ਨਹੀਂ ਦਵਾਂਗੇ, ਉਹਨਾਂ ਨੂੰ ਚੰਗੀ ਤਰ੍ਹਾਂ ਦੀਆਂ ਫੈਸਿਲਿਟੀਆਂ ਨਹੀਂ ਦਵਾਂਗੇ, ਖੁਰਾਕ ਚੰਗੀ ਨਹੀਂ ਦਵਾਂਗੇ, ਤਾਂ ਅਸੀਂ ਕਦੀ ਵੀ ਉਹਨਾਂ ਤੋਂ ਇਹ ਆਸ ਨਹੀਂ ਕਰ ਸਕਦੇ ਕਿ ਉਹ ਜੰਗ ਵਿੱਚ ਜਾ ਕੇ ਆਪਣੇ ਜ਼ੋਰ ਦਿਖਾਣਗੇ। ਨੈਪੋਲੀਅਨ ਦੀ ਕੋਸ਼ਿਸ਼ ਰਹਿੰਦੀ ਸੀ ਕਿ ਫੌਜ ਨੂੰ ਕਸਟਮਸ ਅਤੇ ਟ੍ਰੈਡੀਸ਼ਨਸ ਨਾਲ ਨਾ ਜੋੜਿਆ ਜਾਵੇ ਤੇ ਹਰ ਤਰ੍ਹਾਂ ਦੀ ਤਬਦੀਲੀ ਜਿਹਦੇ ਨਾਲ ਫੌਜ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ, ਨੈਪੋਲੀਅਨ ਉਹ ਤਬਦੀਲੀ ਕਰਦੇ ਸੀ। ਪੁਰਾਣੇ ਸਮਿਆਂ ਦੇ ਵਿੱਚ ਕਈ ਕਮਿਊਨਿਟੀਆਂ ਇਹ ਮੰਨਦੀਆਂ ਸੀ ਕਿ ਘੋੜੇ ਤੋਂ ਬਿਨਾਂ ਲੜਨਾ ਸਾਡੀ ਸ਼ਾਨ ਦੇ ਖਿਲਾਫ ਹੋਊਗਾ, ਪਰ ਨੈਪੋਲੀਅਨ ਹੀ ਨਹੀਂ, ਕਈ ਨਵੇਂ ਜਰਨੈਲਾਂ ਦਾ ਇਹ ਮੰਨਣਾ ਸੀ ਕਿ ਜੇ ਜੰਗ ਵਿੱਚ ਹੀ ਹਾਰ ਗਏ ਫਿਰ ਸਾਡੇ ਪੱਲੇ ਕਿਹੜੀ ਸ਼ਾਨ ਰਹਿ ਜਾਊਗੀ। ਤੇ ਦੋਸਤੋ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਸੀ। ਸਿੱਧਾ ਕਹਾਂ ਤਾਂ ਕਰੰਟ ਅਫੇਅਰਸ ਉਹਨਾਂ ਦੀਆਂ ਉਂਗਲਾਂ ਤੇ ਹੁੰਦੇ ਸੀ। ਫੌਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤੇ ਫੌਜ ਦਾ ਪ੍ਰਬੰਧ ਅਸਰਦਾਰ ਤਰੀਕੇ ਨਾਲ ਕਰਨ ਨੂੰ ਉਹ ਆਪਣੀ ਟੌਪ ਪ੍ਰਾਇੋਰਟੀ ਦਿੰਦੇ ਸੀ। ਤੇ ਸਭ ਤੋਂ ਵੱਡੀ ਗੱਲ ਕਿ ਆਪਣੀ ਫੌਜ ਦੇ ਵਿੱਚ ਜੋਸ਼ ਭਰ ਕੇ ਰੱਖਣਾ, ਇਹ ਕਲਾ ਦੇ ਤਾਂ ਉਹ ਮਾਹਰ ਸੀ। ਕਿਹਾ ਜਾਂਦਾ ਹੈ ਕਿ ਜੇ ਸ਼ੇਰਾਂ ਦੀ ਫੌਜ ਦਾ ਆਗੂ ਗਿੱਦੜ ਨੂੰ ਬਣਾ ਦਈਏ ਤਾਂ ਉਸ ਫੌਜ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ, ਤੇ ਜੇ ਗਿੱਦੜਾਂ ਦੀ ਫੌਜ ਦਾ ਆਗੂ ਸ਼ੇਰ ਨੂੰ ਬਣਾ ਦਈਏ ਤਾਂ ਦੁਨੀਆ ਵਿੱਚ ਅਜਿਹੀ ਕੋਈ ਜੰਗ ਨਹੀਂ ਜਿਹੜੀ ਉਹ ਫੌਜ ਜਿੱਤ ਨਹੀਂ ਸਕਦੀ। ਤੇ ਨੈਪੋਲੀਅਨ ਦੇ ਕਮਾਲ ਦੇ ਲੀਡਰਸ਼ਿਪ ਸਕਿੱਲਸ ਵੀ ਉਹਨਾਂ ਦੀ ਸਕਸੈਸ ਦਾ ਇੱਕ ਬਹੁਤ ਵੱਡਾ ਕਾਰਨ ਸੀਗੇ। ਦੋਸਤੋ ਅਸੀਂ ਜਾਣਦੇ ਹਾਂ ਕਿ ਫੌਜ ਦੇ ਇੱਕ ਜਰਨੈਲ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਨੈਪੋਲੀਅਨ ਵਿੱਚ ਇਹ ਖੂਬੀ ਸੀ ਕਿ ਉਹ ਇੱਕ ਸਮੇਂ ਤੇ ਕਈ ਚੀਜ਼ਾਂ ਬਾਰੇ ਵਿਚਾਰ ਕਰ ਸਕਦੇ ਸੀ। ਇਸ ਤੋਂ ਇਹ ਗੱਲ ਤਾਂ ਸਾਫ਼ ਹੈ ਕਿ ਉਹ ਆਪਣੇ ਦਿਮਾਗ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕੰਟਰੋਲ ਕਰਦੇ ਸੀ, ਕਿਉਂਕਿ ਦੋਸਤੋ ਦਿਮਾਗ ਇੱਕ ਅਜਿਹੀ ਚੀਜ਼ ਹੈ ਕਿ ਜਿਸ ਨੂੰ ਸਹੀ ਤਰੀਕੇ ਨਾਲ ਵਰਤ ਲਿਆ ਜਾਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ। ਨੈਪੋਲੀਅਨ ਦੀ ਜ਼ਿੰਦਗੀ ਦੀ ਤੀਜੀ ਕੁਆਲਿਟੀ ਦੋਸਤੋ ਗੁੱਡ ਗਵਰਨੈਂਸ ਦੋ ਤਰ੍ਹਾਂ ਦੀ ਹੁੰਦੀ ਆ। ਪਹਿਲੀ ਗੁੱਡ ਗਵਰਨੈਂਸ ਉਹ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਬਾਦਸ਼ਾਹ ਆ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਦੇਵੇ, ਜੋ ਲੋਕ ਚਾਹੁੰਦੇ ਨੇ ਉਹ ਕੰਮ ਕਰੇ, ਲੋਕਾਂ ਦੀ ਮੰਗ ਨੂੰ ਪਹਿਲੀ ਪ੍ਰਾਇੋਰਟੀ ਦੇਵੇ। ਤੇ ਦੂਸਰੀ ਤਰ੍ਹਾਂ ਦੀ ਗੁੱਡ ਗਵਰਨੈਂਸ ਉਹ ਹੁੰਦੀ ਹੈ ਜਿਹਦੇ ਵਿੱਚ ਸਰਕਾਰ ਲੋਕਾਂ ਦੇ ਭਲੇ ਵਾਸਤੇ ਉਹ ਫੈਸਲੇ ਕਰਦੀ ਹੈ ਜਿਨ੍ਹਾਂ ਦਾ ਆਮ ਲੋਕਾਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ। ਇਹਨਾਂ ਦੋਨਾਂ ਵਿੱਚ ਦੇਖੀਏ ਤਾਂ ਨੈਪੋਲੀਅਨ ਪਹਿਲੀ ਕੈਟਾਗਰੀ ਵਿੱਚ ਸੀਗੇ। 1804 ਵਿੱਚ ਜਦ ਨੈਪੋਲੀਅਨ ਆਫੀਸ਼ੀਅਲੀ ਫਰਾਂਸ ਦੇ ਐਮਪਰਰ ਬਣ ਗਏ ਤਾਂ ਉਹਨਾਂ ਨੇ ਕਈ ਅਜਿਹੇ ਫੈਸਲੇ ਲਿੱਤੇ ਜਿਨ੍ਹਾਂ ਨਾਲ ਲੋਕਾਂ ਦੇ ਅੰਦਰ ਨੈਪੋਲੀਅਨ ਵਾਸਤੇ ਇੱਜ਼ਤ ਬਣਨੀ ਸ਼ੁਰੂ ਹੋ ਗਈ। ਦੋਸਤੋ ਅਸੀਂ ਜਾਣਦੇ ਹਾਂ ਕਿ ਡਿਕਟੇਟਰਸ਼ਿਪ ਦੇ ਵਿੱਚ ਸਾਰੀ ਤਾਕਤ ਇੱਕੋ ਹੀ ਧਿਰ ਕੋਲ ਹੁੰਦੀ ਹੈ। ਆਪੋਜੀਸ਼ਨ ਜਾਂ ਫਿਰ ਕੋਈ ਵੀ ਡੈਮੋਕ੍ਰੈਟਿਕਲੀ ਜਿਹੜਾ ਆਪਣੀ ਆਵਾਜ਼ ਰੱਖਣਾ ਚਾਹੁੰਦਾ ਹੋਵੇ ਉਸ ਦੀ ਕੋਈ ਥਾਂ ਨਹੀਂ ਹੁੰਦੀ। ਸਿੱਧਾ ਕਹੀਏ ਤਾਂ ਫੈਡਰਲ ਢਾਂਚੇ ਦਾ ਤਾਂ ਉੱਥੇ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ। ਨੈਪੋਲੀਅਨ ਜੋ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਕੰਮਾਂ ਨੂੰ ਰੋਕਣ ਵਾਸਤੇ ਕੋਈ ਵੀ ਅਜਿਹੀ ਧਿਰ ਨਹੀਂ ਸੀਗੀ ਜਿਹੜੀ ਫਰਾਂਸ ਵਿੱਚ ਉਸ ਵਕਤ ਸੀਗੀ, ਤੇ ਉਸ ਦਾ ਫਾਇਦਾ ਲੈਂਦੇ ਹੋਏ ਨੈਪੋਲੀਅਨ ਨੇ ਕਈ ਅਜਿਹੇ ਕੰਮ ਕਰ ਦਿੱਤੇ ਜਿਹੜੇ ਲੋਕਾਂ ਵਾਸਤੇ ਕੁਝ ਹੱਦ ਤੱਕ ਚੰਗੇ ਸੀ। ਕਿਉਂਕਿ ਦੋਸਤੋ ਉਸ ਵਕਤ ਲੋਕਾਂ ਦੀ ਸਭ ਤੋਂ ਵੱਡੀ ਜ਼ਰੂਰਤ ਤਾਂ ਇਹ ਸੀਗੀ ਕਿ ਸਾਨੂੰ ਸ਼ਾਂਤੀ ਚਾਹੀਦੀ ਹੈ, ਤੇ ਉਹ ਸ਼ਾਂਤੀ, ਉਹ ਪੀਸ ਨੈਪੋਲੀਅਨ ਨੇ ਲੋਕਾਂ ਨੂੰ ਦੇ ਦਿੱਤੀ। ਨੈਪੋਲੀਅਨ ਨੇ ਪੀਸ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦੋਸਤੋ ਸ਼ਾਇਦ ਇਤਿਹਾਸ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨੈਪੋਲੀਅਨ ਦੇ ਐਮਪਰਰ ਬਣਨ ਤੋਂ ਬਾਅਦ ਤਾਂ ਅਜਿਹੇ ਹਾਲਾਤ ਸੀ ਜਿਵੇਂ ਕਿ ਜੰਗਾਂ ਦਾ ਹੜ੍ਹ ਆ ਗਿਆ ਹੁੰਦਾ। ਨੈਪੋਲੀਅਨ ਨੇ ਸਭ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਤੇ ਸ਼ਹਿਰ ਵਿੱਚ ਗੁੰਡਾਗਰਦੀ ਨੂੰ ਘਟਾਇਆ, ਤੇ ਇਸ ਤੋਂ ਵੀ ਅੱਗੇ ਵੱਧ ਕੇ ਉਹਨਾਂ ਨੇ ਨੈਪੋਲੀਅਨਿਕ ਲੀਗਲ ਕੋਡ ਇੰਟਰੋਡਿਊਸ ਕਰਾਇਆ ਜਿਹੜਾ ਕਿ ਅੱਜ ਵੀ ਫ੍ਰੈਂਚ ਲਾਅ ਦੀ ਬੁਨਿਆਦ ਹੈ, ਅਤੇ ਹੋਰ ਵੀ ਉਹਨਾਂ ਨੇ ਕਈ ਕੰਮ ਕੀਤੇ ਸੀ। ਤੇ ਦੋਸਤੋ ਜੇ ਤੁਸੀਂ ਇਸ ਟੌਪਿਕ ਨੂੰ ਹੋਰ ਜ਼ਿਆਦਾ ਡਿਟੇਲ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ, ਅਸੀਂ ਨੈਪੋਲੀਅਨ ਦੇ ਬਾਦਸ਼ਾਹ ਬਣਨ ਤੋਂ ਬਾਅਦ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ ਅਸੀਂ ਉਹਦੇ ਤੇ ਇੱਕ ਵੱਖਰੀ ਵੀਡੀਓ ਬਣਾ ਦੇਵਾਂਗੇ। ਦੋਸਤੋ ਨੈਪੋਲੀਅਨ ਦੀ ਚੌਥੀ ਖੂਬੀ ਆ ਕਨਵਿੰਸਿੰਗ ਪ੍ਰੋਪਾਗੈਂਡਾ। ਹੁਣ ਤੁਸੀਂ ਵੀ ਸੋਚੋਗੇ ਕਿ ਡਿਕਟੇਟਰ ਦਾ ਪ੍ਰੋਪਾਗੈਂਡਾ ਕੀ ਹੋ ਸਕਦਾ ਹੈ। ਜ਼ਾਹਿਰ ਜੀ ਗੱਲ ਹੈ ਕਿ ਡਿਕਟੇਟਰ ਨਹੀਂ ਚਾਹੂਗਾ ਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਉਹਦੀ ਹਕੂਮਤ ਵਿੱਚ ਪੈਦਾ ਹੋਵੇ, ਤਾਂ ਬਗਾਵਤ ਨੂੰ ਰੋਕਣ ਵਾਸਤੇ ਲੋਕਾਂ ਦੀ ਸਮਝ ਤੇ ਅਸਰ ਪਾਉਣਾ ਬਹੁਤ ਜ਼ਰੂਰੀ ਹੈ, ਤੇ ਉਹ ਅਸਰ ਪਾਉਣ ਵਾਸਤੇ ਪ੍ਰੋਪਾਗੈਂਡਾ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਕਿ ਜਿੰਨਾ ਜ਼ਿਆਦਾ ਕਨਵਿੰਸਿੰਗ ਹੋਵੇ ਉਹਨਾਂ ਜ਼ਿਆਦਾ ਡਿਕਟੇਟਰ ਨੂੰ ਫਾਇਦਾ ਹੁੰਦਾ ਹੈ। ਦੁਨੀਆ ਦੇ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਕੰਮ ਹੈ ਇਨਸਾਨੀ ਦਿਮਾਗ ਨੂੰ ਸਮਝਣਾ, ਪਰ ਨੈਪੋਲੀਅਨ ਪ੍ਰੋਪਾਗੈਂਡਾ ਦੇ ਮਾਸਟਰ ਸੀਗੇ। ਆਪਣੇ ਰਾਜ ਦੇ ਵਿੱਚ ਲੋਕਾਂ ਦਾ ਓਪੀਨੀਅਨ ਨੈਪੋਲੀਅਨ ਦੇ ਪੱਖ ਵਿੱਚ ਕਿਵੇਂ ਰਹੇ, ਨੈਪੋਲੀਅਨ ਨੂੰ ਇਸ ਦਾ ਤਰੀਕਾ ਆਉਂਦਾ ਸੀ ਤੇ ਉਹ ਇਸ ਦੀ ਮਹੱਤਵਤਾ ਨੂੰ ਵੀ ਜਾਣਦੇ ਸੀ। ਉਸ ਵਕਤ ਨੈਪੋਲੀਅਨ ਫਰਾਂਸ ਦੇ ਡੀ ਫੈਕਟੋ ਬਾਦਸ਼ਾਹ ਬਣੇ ਸੀ, ਜਿਸ ਤੋਂ ਮਤਲਬ ਹੈ ਕਿ ਉਹ ਆਫੀਸ਼ੀਅਲੀ ਬਾਦਸ਼ਾਹ ਨਹੀਂ ਬਣੇ ਸੀ, ਪਰ ਜ਼ਮੀਨੀ ਪੱਧਰ ਤੇ ਉਹਨਾਂ ਦਾ ਹੁਕਮ ਚੱਲਣਾ ਸ਼ੁਰੂ ਹੋ ਗਿਆ ਸੀ। ਦੋਸਤੋ ਨੈਪੋਲੀਅਨ ਕੋਈ ਬਹੁਤਾ ਸ਼ੌਂਕੀ ਬੰਦਾ ਨਹੀਂ ਸੀ। ਹੁਕਮਰਾਨ ਹੋਣ ਦੇ ਬਾਵਜੂਦ ਉਹਨਾਂ ਨੂੰ ਇੱਕ ਆਮ ਫੌਜੀ ਦੇ ਕੱਪੜੇ ਪਾ ਕੇ ਰੱਖਣਾ ਜ਼ਿਆਦਾ ਚੰਗਾ ਲੱਗਦਾ ਸੀ, ਪਰ ਉਹ ਜਾਣਦੇ ਸੀ ਕਿ ਇਹ ਚੀਜ਼ ਲੋਕਾਂ ਨੂੰ ਮਨਜ਼ੂਰ ਨਹੀਂ ਹੋਣੀ। ਨੈਪੋਲੀਅਨ ਇਸ ਚੀਜ਼ ਨੂੰ ਸਮਝਦੇ ਸੀ ਕਿ ਲੋਕਾਂ ਦੇ ਅੰਦਰ ਉਹਨਾਂ ਵਾਸਤੇ ਇੱਕ ਕਰਿਸ਼ਮਾ ਹੋਣਾ ਕਿੰਨਾ ਜ਼ਰੂਰੀ ਹੈ, ਜਿਹਦੇ ਕਰਕੇ
1804 ਵਿੱਚ ਨੈਪੋਲੀਅਨ ਨੇ ਇੱਕ ਆਫੀਸ਼ੀਅਲ ਸੈਰੇਮਨੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਬਾਦਸ਼ਾਹ ਦਾ ਮੁਕਟ ਆਪਣੇ ਸਿਰ ਤੇ ਧਾਰਨ ਕੀਤਾ, ਬਾਦਸ਼ਾਹ ਵਾਲੀ ਡਰੈਸ ਪਾਈ ਤੇ ਕਿਹਾ that the revolution is over, I am the revolution, ਕਿ ਹੁਣ ਇਨਕਲਾਬ ਖਤਮ ਹੈ, ਮੈਂ ਹੀ ਇਨਕਲਾਬ ਹਾਂ। ਦੋਸਤੋ, ਧਰਮ ਅਤੇ ਸਿਆਸਤ, ਅਸੀਂ ਜਾਣਦੇ ਹਾਂ ਕਿ ਧਰਮ ਦਾ ਸਿਆਸਤ ਦੇ ਨਾਲ, ਸਿਆਸਤ ਦਾ ਧਰਮ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਪ੍ਰੈਕਟੀਕਲੀ ਤਾਂ ਕੋਈ ਰਿਸ਼ਤਾ ਨਹੀਂ ਨਿਕਲਦਾ, ਪਰ ਇਤਿਹਾਸ ਗਵਾਹ ਹੈ ਕਿ ਸਿਆਸਤਦਾਨਾਂ ਨੇ ਹਮੇਸ਼ਾ ਧਰਮ ਨੂੰ ਇਸਤੇਮਾਲ ਕੀਤਾ ਹੈ ਤੇ ਧਰਮ ਨੇ ਸਿਆਸਤ ਨੂੰ। ਜੇ ਨੈਪੋਲੀਅਨ ਦੀ ਗੱਲ ਕਰੀਏ ਤਾਂ ਨੈਪੋਲੀਅਨ ਧਰਮ ਦਾ ਇਸਤੇਮਾਲ ਕਰਨਾ ਚੰਗੀ ਤਰ੍ਹਾਂ ਜਾਣਦੇ ਸੀ। ਇਜਿਪਸ਼ੀਅਨ ਮੁਸਲਿਮਸ ਕੋਲ ਜਾ ਕੇ ਨੈਪੋਲੀਅਨ ਮੁਸਲਮਾਨ ਬਣ ਜਾਂਦੇ ਸੀ, ਇਸਲਾਮ ਦੀ ਆਈਡੀਓਲੋਜੀ ਦੇ ਹਮਾਇਤੀ ਬਣ ਜਾਂਦੇ ਸੀ ਤੇ ਕੈਥੋਲਿਕਸ ਕੋਲ ਜਾ ਕੇ ਉਹ ਕੈਥੋਲਿਕ ਬਣ ਜਾਂਦੇ ਸੀ ਤੇ ਫਰਾਂਸ ਵਿੱਚ ਬੈਠੇ ਇਨਕਲਾਬੀਆਂ ਕੋਲ ਜਾ ਕੇ ਉਹ ਉਹਨਾਂ ਦੀ ਵਿਚਾਰਧਾਰਾ ਦੇ ਹਮਾਇਤੀ ਬਣ ਜਾਂਦੇ ਸੀ। ਜੇ ਅਸੀਂ ਨੈਪੋਲੀਅਨ ਤੇ ਰਿਸਰਚ ਕਰੀਏ ਤਾਂ ਪਤਾ ਚੱਲਦਾ ਹੈ ਕਿ ਰੈਵੋਲੂਸ਼ਨਰੀਜ਼ ਕੋਲ ਜਾ ਕੇ ਨੈਪੋਲੀਅਨ ਆਪਣੇ ਆਪ ਨੂੰ ਨਾਸਤਿਕ ਦੱਸਦੇ ਸੀ। ਲੇਕਿਨ ਜੇ ਨੈਪੋਲੀਅਨ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ, ਉਹਨਾਂ ਦੀ ਪਰਸਨਲ ਸੋਚ ਦੀ ਗੱਲ ਕਰੀਏ ਤਾਂ ਉਹ ਧਰਮ ਦੀ ਬਿਲਕੁਲ ਵੀ ਕੋਈ ਪਰਵਾਹ ਨਹੀਂ ਮਾਰਦੇ ਸੀ। ਉਹ ਸਿਰਫ ਇਹ ਦੇਖਦੇ ਸੀ ਕਿ ਲੋਕਾਂ ਨੂੰ ਕੀ ਚੰਗਾ ਲੱਗਦਾ, ਲੋਕਾਂ ਦੀਆਂ ਜ਼ਰੂਰਤਾਂ ਕੀ ਨੇ। ਤੇ ਦੋਸਤੋ, ਅਸੀਂ ਤਾਂ ਇਸ ਗੱਲ ਨੂੰ ਬਾਖੂਬੀ ਜਾਣਦੇ ਹਾਂ ਕਿ ਸਿਆਸਤਦਾਨਾਂ ਨੂੰ ਸਭ ਤੋਂ ਵੱਧ ਫਾਇਦਾ ਧਰਮ ਤੋਂ ਹੀ ਹੁੰਦਾ ਹੈ ਤੇ ਉਹ ਕਿਵੇਂ ਹੁੰਦਾ ਹੈ ਇਹ ਤੁਸੀਂ ਵੀ ਜਾਣਦੇ ਹੋ। ਦੋਸਤੋ, ਸਾਰੀਆਂ ਅਖਬਾਰਾਂ ਤੇ ਸਾਰੇ ਆਰਟੀਕਲਸ ਤੇ ਸਾਰੀਆਂ ਮੈਗਜ਼ੀਨਸ ਵਿੱਚ ਉਹੀ ਖਬਰ ਛਪਦੀ ਸੀ ਜਿਸ ਵਿੱਚ ਨੈਪੋਲੀਅਨ ਦਾ ਕੋਈ ਵਿਰੋਧ ਨਹੀਂ ਸੀ ਤੇ ਜੇ ਕੋਈ ਅਖਬਾਰ ਨੈਪੋਲੀਅਨ ਦੇ ਵਿਰੁੱਧ ਕੋਈ ਖਬਰ ਛਾਪ ਦਿੰਦੀ ਤੇ ਉਸ ਅਖਬਾਰ ਨੂੰ ਹੀ ਹਮੇਸ਼ਾ ਲਈ ਬੈਨ ਕਰ ਦਿੱਤਾ ਜਾਂਦਾ ਸੀ। ਪਰ ਦੋਸਤੋ, ਇਹਨਾਂ ਸਾਰਿਆਂ ਦਾ ਫਾਇਦਾ ਇਹ ਤਾਂ ਜ਼ਰੂਰ ਹੋਇਆ ਕਿ ਨੈਪੋਲੀਅਨ ਦਾ ਇੱਕ ਕਰਿਸ਼ਮਾ ਬਣ ਗਿਆ ਸੀ ਲੋਕਾਂ ਦੇ ਵਿੱਚ। ਜਦ ਨੈਪੋਲੀਅਨ ਨੂੰ ਫਰਾਂਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਉਹਨਾਂ ਦੇ ਦੁਸ਼ਮਣਾਂ ਵੱਲੋਂ, ਤਾਂ ਫਰਾਂਸ ਦੇ ਲੋਕਾਂ ਨੇ ਨੈਪੋਲੀਅਨ ਨੂੰ ਬਹੁਤ ਯਾਦ ਕੀਤਾ ਤੇ ਅੱਜ ਤੱਕ ਵੀ ਉਹ ਲੋਕ ਨੈਪੋਲੀਅਨ ਨੂੰ ਬੜੇ ਹੀ ਸਤਿਕਾਰ ਨਾਲ ਯਾਦ ਕਰਦੇ ਨੇ। ਜਦ ਵੀ ਕਦੇ ਦੁਨੀਆ ਦੇ ਮਹਾਨ ਜਰਨੈਲਾਂ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਨੈਪੋਲੀਅਨ ਦਾ ਨਾਮ ਜ਼ਰੂਰ ਆਉਂਦਾ ਹੈ। ਸੋ ਦੋਸਤੋ, ਇਸ ਵੀਡੀਓ ਦੇ ਵਿੱਚ ਅਸੀਂ ਨੈਪੋਲੀਅਨ ਦੀਆਂ 4 ਖੂਬੀਆਂ ਬਾਰੇ ਗੱਲ ਕੀਤੀ ਹੈ ਤੇ ਸਾਡਾ ਮੰਨਣਾ ਹੈ ਕਿ ਸਿਆਸਤ ਵਿੱਚ ਕੋਈ ਵੀ ਸ਼ਖਸੀਅਤ ਅਜਿਹੀ ਨਹੀਂ ਹੁੰਦੀ ਜਿਹੜੀ ਦੁੱਧ ਨਾਲ ਤੁਲੀ ਹੋਈ ਹੋਵੇ। ਜੇ ਨੈਪੋਲੀਅਨ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਗੁਣ ਤੇ ਔਗੁਣ ਬਹੁਤ ਸਾਰੇ ਸੀਗੇ, ਪਰ ਜਿਸ ਇਨਸਾਨ ਨੇ ਦੁਨੀਆ ਦੀ ਸਿਆਸਤ ਨੂੰ ਕਦੇ ਆਪਣੀਆਂ ਉਂਗਲਾਂ ਤੇ ਨਚਾਇਆ ਹੋਵੇ ਉਸ ਬਾਰੇ ਗੱਲ ਕਰਨੀ ਤਾਂ ਜ਼ਰੂਰ ਬਣਦੀ ਹੈ। ਤੇ ਦੋਸਤੋ, ਇਹ ਉਹੀ ਨੈਪੋਲੀਅਨ ਹੈ ਜਿਸ ਦਾ ਕਦੀ ਉਸ ਦੇ ਛੋਟੇ ਕੱਦ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਸੀ। ਸੋ ਸਾਡਾ ਮੰਨਣਾ ਹੈ ਕਿ ਫਰਕ ਨਹੀਂ ਪੈਂਦਾ ਕਿ ਸਰੀਰ ਕਿਹੋ ਜਿਹਾ ਹੈ, ਫਰਕ ਪੈਂਦਾ ਹੈ ਕਿ ਇਨਸਾਨ ਦਾ ਆਪਣੀ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਕੀ ਹੈ। ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਫਿਊਚਰ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।